फंक्शन दी डोमेन च x इक्वल टू a नहीं हैगा क्योंकि ਇਹਦੇ ਉੱਪਰ डिफाइंड this thing is not defined at x equal to a the graph ਕੀ ਹੁੰਦਾ its graph is like this ਹਾਂਜੀ ਕਿ ਦੱਸੋ ਇਹ ਕੀ ਗ੍ਰਾਫ ਹੋਏਗਾ ਜੀ ਇਹਦਾ 1 and -1. ठीक है, it will take only two values. One is 1 and the other one is -1. Okay. मान लो ये पॉइंट ए है ਇਹਦੇ ਉੱਪਰ ਦੀ ਕੋਈ ਵੈਲਿਊ ਨਹੀਂ ਹੋਣੀ ਕਿ ਇਹ ਡੋਮੇਨ ਦਾ ਪੁਆਇੰਟ ਨਹੀਂ ਹੈ ਦੇਖੋ ਅਗਰ ਆਪਣਾ x ਇਧਰਲੇ ਬੰਨੇ ਲਾਈ ਕਰਦਾ ਹੈ in that case x will greater than a and so is x minus a is greater than 0 and x minus a is greater than 0 so x mod of x minus a is equal to x minus a and mod of x minus a upon x minus a sorry this is equal to 1 so this is why it means जो अपना x ਜਿਹੜਾ ਇਸ ਸਾਈਡ ਤੇ ਲਾਈ ਕਰ ਰਿਹਾ ਹੈ ਉਹਦਾ ਫੰਕਸ਼ਨ ਦੀ ਕਿੰਨੀ ਵੈਲਿਊ ਆ ਰਹੀ ਹੈ ਜੀ 1 ਸੋ ਫੰਕਸ਼ਨ ਦੀ ਹਮੇਸ਼ਾ ਵੈਲਿਊ ਕਿੰਨੀ ਹੈ ਇੱਧਰ 1 ਰਹਿ ਰਹੀ ਹੈ ठीक है एंड जो अपना x इधर लाई कर रहा है मीन जो अपना x जो है ये तो छोटा है जो अपना x जो है ये तो छोटा है इन दैट केस x minus a will be less than 0 so mod of x minus a will be minus of x minus a in that case mod of x minus a upon x minus a is equal to -1 so it means whenever x is less than a मतलब अपना तो x इस साइड ते ਉਹਦਾ ਫੰਕਸ਼ਨ ਦੀ ਵੈਲਿਊ ਕੀ ਆ ਰਹੀ ਹੈ ਜੀ ਆਪਣੇ ਕੋਲ -1 ਠੀਕ ਹੈ ਜੀ in that case it is -1 ठीक है जी ਇਹਦੇ ਉੱਪਰ ਦੀ ਕੋਈ ਵੈਲਿਊ ਨਹੀਂ ਠੀਕ ਨੰਬਰ 3 greatest integer function ਇਹਨਾਂ ਤਿੰਨਾਂ ਦੇ ਉੱਪਰ ਯੂਜੂਅਲੀ ਕੁਐਸਚਨ ਆਉਂਦਾ ਆਪਣੇ ਕੋਲ ਪੇਪਰਸ ਚ greatest integer function ਅੱਜ ਇਹਦੀ ਡੈਫੀਨੇਸ਼ਨ ਦੱਸਣ ਦੀ ਲੋੜ ਹੈ ਜਾਂ ਪਤਾ ਹੈ greatest integer function ਕੀ ਹੁੰਦਾ ਹੈ ਦੱਸ ਦੋ ਸਰ ਜੀ ਠੀਕ ਹੈ this what is this is greatest integer less than or equal to x that's the example देने होने क्लियर हो जाएगा like we want to find value of 2.1 int of 2.1 or greatest integer of 2.1 this will be what this is will be equal to greatest integer less than or equal to 2.1 मतलब 2.1 ਤੋਂ ਜਿਹੜੇ ਇੰਟੀਜਰ ਨੇ ਜਿੰਨੇ ਛੋਟੇ 2.1 ਤੋਂ ਜਿੰਨੇ ਛੋਟੇ ਨੇ ਉਹਨਾਂ ਵਿੱਚੋਂ ਸਭ ਤੋਂ ਵੱਡਾ 2.1 ਤੋਂ ਛੋਟੇ ਇੰਟੀਜਰ ਕਿਹੜੇ ਨੇ 2 1 0 -1 and up to so on ਇਹਨਾਂ ਵਿੱਚੋਂ ਸਭ ਤੋਂ ਵੱਡਾ ਇੰਟੀਜਰ ਕਿਹੜਾ ਹੈ 2 so its answer is 2 ਠੀਕ ਹੈ ਇਹਨਾਂ ਦੀ ਵੈਲਿਊ ਕੱਢਣ ਦਾ ਇੱਕ ਸੌਖਾ ਜਿਹਾ ਤਰੀਕਾ ਯਾਦ ਰੱਖਿਆ ਕਰੋ ਇਦਾਂ ਕਿ ਜਿਹੜੇ ਵੀ ਮਤਲਬ ਆਪਾਂ x ਦੀ ਵੈਲਿਊ ਕੱਢਣੀ ਹੈ ਤਾਂ ਦੇਖਿਆ ਕਰੋ 2.1 ਨਾ ਇਹ ਕਿਹੜੇ ਇੰਟੀਜਰ ਦੇ ਵਿੱਚ ਲਾਈ ਕਰਦਾ ਹੈ ਇਹ 2 ਤੇ 3 ਦੇ ਵਿੱਚ ਲਾਈ ਕਰ ਰਿਹਾ ਹੈ ਹਾਂਜੀ ਕਿੱਥੇ ਲਾਈ ਕਰ ਰਿਹਾ ਜੀ 2 ਤੇ 3 ਦੇ ਵਿੱਚ ਲਾਈ ਕਰ ਰਿਹਾ ਸੋ ਇਹਨਾਂ ਦੋਵਾਂ ਚੋਂ ਵੇਖ ਲਿਆ ਕਰੋ ਫਿਰ ਛੋਟਾ ਕਿਹੜਾ ਹੈ whichever is smaller that will be our value ਠੀਕ ਹੈ ਜੀ like if you want to find out the int of 0.1 now 0.1 lies between 1 and 0 and which one is smaller 0 so its value will be 0 now int of minus 0.1 ਹਾਂਜੀ ਕਿਹਦੇ ਕਿਹਦੇ ਚ ਲਾਈ ਕਰਦਾ ਹੈ it lies between -1 and 0 and which one is smaller -1 so its value is
-1। आई थिंक फंक्शन बारे क्लियर हो गया होगा उनके फंक्शन की है जी। ओके तो आप ग्राफ ड्रॉ करने की कोशिश करते हैं। जीरो के उपर की वैल्यू कितनी होएगी जी? इंटीजर के उपर की वैल्यू इंटीजर ही होंगी है ना। मैं अगर इतने n पुट करूंगा इट विल बी ग्रेटेस्ट इंटीजर लेस देन और इक्वल टू n तो देखो इधर अगर मैं मान लो ये कढ़ना है जिंट ऑफ 2 कढ़ना है इट विल बी ग्रेटेस्ट इंटीजर लेस देन और इक्वल टू 2। हाँ जी 2 ਜਾਂ 2 ਤੋਂ ਛੋਟੇ ਇੰਟੀਜਰ ਕਿਹੜੇ ਕਿਹੜੇ ਨੇ 2 1 0 -1 ਇਹਨਾਂ ਵਿੱਚ ਸਭ ਤੋਂ ਵੱਡਾ ਕਿਹੜਾ 2। ਸੋ ਅगर ਇੰਟੀਜਰ ਦੇ ਉੱਪਰ ਵੈਲਿਊ ਕੱਢਣੀ ਆਪਾਂ ਉਹ ਇੰਟੀਜਰ ਹੀ ਆ ਜਾਂਦਾ ਹੈ। ਸੋ 0 ਦੇ ਉੱਪਰ ਵੈਲਿਊ ਫੰਕਸ਼ਨ ਦੀ ਕਿੰਨੀ ਆਏਗੀ ਜੀ ਆਪਣੀ 0 ਹੀ ਆਏਗੀ। ਠੀਕ ਹੈ ਨੈਕਸਟ ਯੂ ਹੈਵ ਇਜ਼ 1 1 ਦੇ ਉੱਪਰ ਦੀ ਵੈਲਿਊ ਕਿੰਨੀ ਆਏਗੀ 1 ਆਏਗੀ। 2 ਦੇ ਉੱਪਰ ਦੀ ਵੈਲਿਊ ਕਿੰਨੀ ਆਏਗੀ 2 ਆਏਗੀ। 3 ਦੇ ਉੱਪਰ ਦੀ ਵੈਲਿਊ ਕਿੰਨੀ ਆਏਗੀ 3 ਆਏਗੀ ਐਂਡ ਸਿਮਿਲਰਲੀ 4 ਦੇ ਉੱਪਰ ਦੀ ਵੈਲਿਊ ਕਿੰਨੀ ਆਏਗੀ ਜੀ 4 ਆਏਗੀ ਐਂਡ ਤੁਸੀਂ ਅੱਗੇ ਜਾ ਕੇ ਜਾ ਸਕਦੇ ਹੋ। ਸਿਮਿਲਰਲੀ -1 ਦੇ ਉੱਪਰ ਦੀ ਵੈਲਿਊ ਕਿੰਨੀ ਆਏਗੀ ਜੀ ਇਟ ਵਿਲ ਬੀ -1 ਹਾਂਜੀ। -2 ਦੇ ਉੱਪਰ ਵੈਲਿਊ -2 -3 ਦੇ ਉੱਪਰ ਦੀ ਵੈਲਿਊ -3 ਐਂਡ -4 ਦੇ ਉੱਪਰ ਦੀ ਵੈਲਿਊ -4। ਹੁਣ ਦੇਖੋ ਇਹਦੇ ਚ ਇੱਥੇ ਆ ਜਾਓ ਜਦੋਂ ਆਪਾਂ ਇੱਥੇ ਆਪਣਾ x ਨਾ ਇੱਥੇ ਇਸ ਇੰਟਰਵਲ ਦੀ ਗੱਲ ਕਰੋ ਮਤਲਬ ਜਦੋਂ ਆਪਣਾ x ਜਿਹੜਾ 0 ਤੋਂ ਵੱਡਾ ਹੈ ਤੇ 1 ਤੋਂ ਛੋਟਾ ਹੈ ਇਹਦੇ ਵਿੱਚੋਂ ਕੋਈ ਵੀ ਪੁਆਇੰਟ ਲੈ ਲਓ ਹੈ ਨਾ ਜੋ 0 ਤੋਂ ਵੱਡਾ ਹੈ ਤੇ 1 ਤੋਂ ਛੋਟਾ ਹੈ ਇਹਦੇ ਵਿੱਚੋਂ ਕੋਈ ਪੁਆਇੰਟ ਲਓ ਉਹ ਕਿਹੜੇ ਕਿਹੜੇ ਇੰਟੀਜਰ ਵਿੱਚ ਲਾਈ ਕਰੇਗਾ 0 ਤੇ 1 ਦੇ ਵਿੱਚ ਲਾਈ ਕਰੇਗਾ। what happened just a minute ओके वो नहीं चल रहा ओके जो अपना x ਇੱਥੇ ਲਾਈ ਕਰਦਾ ਹੈ ਨਾ ਤਾਂ ਉਸ ਕੇਸ ਚ ਵੈਲਿਊ 0 ਤੇ 1 ਦੇ ਵਿੱਚ ਲਾਈ ਕਰੇਗਾ ਐਂਡ ਛੋਟਾ ਇੰਟੀਜਰ ਦੋਵਾਂ ਚ ਕਿਹੜਾ 0 ਸੋ ਉਹ ਬੇਸ ਕੇਸ ਆਪਣੀ ਵੈਲਿਊ ਜੋ ਹੈ ਉਹ 0 ਹੀ ਆ ਜਾਏਗੀ ਪਰ 1 ਦੇ ਉੱਪਰ ਵੈਲਿਊ 0 ਨਹੀਂ ਆਈ ਸੋ ਇੱਥੇ ਮੈਂ ਖਾਲੀ ਡਾਟ ਲਗਾ ਰਿਹਾ ਤਾਂ ਆਪਣਾ x ਇੱਥੇ ਲਾਈ ਕਰਦਾ ਹੈ 1 ਤੇ 2 ਦੇ ਵਿੱਚ ਇਨ ਦੈਟ ਕੇਸ ਦੋਵਾਂ ਚ ਛੋਟਾ ਕਿਹੜਾ ਜੇ ਆਪਣੇ ਕੋਲ 1 ਸੋ ਦੀ ਵੈਲਿਊ ਕਿੰਨੀ ਆਏਗੀ ਜੀ 1 ਲੇਕਿਨ 2 ਦੇ ਉੱਪਰ ਦੀ ਵੈਲਿਊ 2 ਹੁੰਦੀ ਹੈ ਸੋ 2 ਦੇ ਉੱਪਰ ਮੈਂ ਇੱਥੇ ਖਾਲੀ ਗੋਲਾ ਸੋ ਅਗਰ 2 ਤੇ 3 ਦੇ ਵਿੱਚ ਲਾਈ ਕਰਦਾ ਹੈ ਸੋ ਉੱਥੇ ਵੈਲਿਊ ਕਿੰਨੀ ਆਏਗੀ ਫੰਕਸ਼ਨ ਦੀ ਆਪਣੀ 2 ਸੋ ਫਿਰ ਇੱਥੇ ਖਾਲੀ ਇੱਥੇ ਕਿੰਨੀ ਆਏਗੀ ਜੀ ਆਪਣੇ ਕੋਲ 4 ਲਾਈਕ ਦਿਸ ਠੀਕ ਹੈ ਜੀ। ਹਾਂਜੀ ਦਾ ਗ੍ਰਾਫ ਫਿਰ ਇਦਾਂ ਜਾਏਗਾ ਦਿਸ ਇਜ਼ ਇੱਥੇ ਓਪਨ एक ग्राफ और बस देन ਆਪਾਂ क्वेश्चंस ਤੇ मूव ਕਰਦੇ ਹਾਂ ਜੀ। सर फिर कंटिन्यूअस नहीं होएगा ना? नहीं बिल्कुल नहीं इट्स नॉट कंटिन्यूअस जी। यस fractional part of x ਲਾਈਕ ਜਿਵੇਂ ਅੱਗੇ ਆਪਾਂ ਕਰ ਰਹੇ ਸੀ ਕਿ 2.1 ਦੇ ਨਾਲੋਂ ਆਪਾਂ ਉਹਦਾ ਇੰਟੀਜਰ ਲਾ ਕੇ ਰੱਖ ਲਿਆ ਸੀ ਸਿਰਫ ਆਨਸਰ ਚ ਠੀਕ ਹੈ। ਹੁਣ ਆਪਾਂ ਕੀ ਕਰਾਂਗੇ 2.1 ਨਾਲੋਂ ਉਹਦਾ ਜੋ ਬਾਕੀ ਪਾਰਟ ਇੰਟੀਜਰ ਨਾਲ ਵੱਧ ਰਿਹਾ ਬਚ ਗਿਆ 0.1 that will be our answer ਠੀਕ ਹੈ। ਜਾਂ ਆਪਾਂ ਇਦਾਂ ਵੀ ਡਿਫਾਈਨ ਕਰ ਦਿੰਨੇ ਆ that this is what this is greatest part of x sorry greatest integer part of x minus x ਠੀਕ ਹੈ। ਜਿਵੇਂ ਦੇਖੋ ਕਿ ਮੈਂ 2.3 ਦਾ ਫ੍ਰੈਕਸ਼ਨਲ ਪਾਰਟ ਕੱਢਣਾ ਹੋਏ ਮੈਨੂੰ ਪਤਾ ਵੈਸੇ ਕਿੰਨਾ ਆਣਾ 0.3 ਆਣਾ ਹੈ ਇਹਨੂੰ ਮੈਂ ਅਗਰ ਇਸ ਫਾਰਮੂਲੇ ਚੋਂ ਕੱਢਾਂ this will be equal to greatest integer of 2.3 ਹਾਂਜੀ ਸਹੀ ਕੀਤਾ ਮੈਂ ਕਿ ਗਲਤ ਕਰ ਰਿਹਾ this is x minus gent x ਉਲਟਾ ਆਏਗਾ ਜੀ this will be x minus gent x ਚੇਂਜ ਕਰ ਲਓ ਜੀ ਇਹਨੂੰ
So it will be here 2.3 2.3 minus gent of 2.3. हाँ जी, greatest integer part of 2.3 करना है जी, which is 2. This comes out to be 0.3. ठीक है, तो देखो ਅਸੀਂ ਨਹੀਂ ਗੱਲ ਹੈ ਕਿ ਜਿਵੇਂ ਕੋਈ ਨੰਬਰ ਹੈ ਨਾ ਉਹਦੇ ਨਾਲ ਇੰਟੀਜਰ ਤੋਂ ਅੱਗੇ ਜਿੰਨਾ ਵੀ ਪਾਰਟ ਲੱਗਾ ਹੈ ਜੋ ਉਹਨੂੰ ਆਪਾਂ ਕਹਿੰਦੇ ਆ ਉਹਦਾ ਫ੍ਰੈਕਸ਼ਨਲ ਪਾਰਟ। बोर्ड से कोई प्रॉब्लम आ रही है? ओके, तो ग्राफ कितना बनेगा जी? जीरो दा फ्रैक्शनल पार्ट 0, 1 दा फ्रैक्शनल पार्ट भी 0, 2 दा फ्रैक्शनल पार्ट भी 0, 3 दा फ्रैक्शनल पार्ट भी 0 क्योंकि इंटीजर है ना, इंटीजर जिवें 2 है ਹੁਣ ਇਹ ਦੇ ਨਾਲ ਕੋਈ ਪੁਆਇੰਟ ਸਮਥਿੰਗ ਥੋੜੀ ਲੱਗਾ ਕੁਝ ਵੀ, ਸੋ ਇਹਦਾ ਫ੍ਰੈਕਸ਼ਨਲ ਪਾਰਟ ਜੋ ਹੈ ਉਹ 0 ਹੈ। ਇਦਾਂ ਹੀ -1 ਦਾ ਫ੍ਰੈਕਸ਼ਨਲ ਪਾਰਟ ਵੀ 0, -2 ਦਾ ਫ੍ਰੈਕਸ਼ਨਲ ਪਾਰਟ 0, -3 ਦਾ ਫ੍ਰੈਕਸ਼ਨਲ ਪਾਰਟ 0, -4 ਦਾ ਫ੍ਰੈਕਸ਼ਨਲ ਪਾਰਟ ਵੀ 0। ਹੁਣ ਦੇਖੋ ਜੇ ਆਪਾਂ ਇੱਥੇ 0 ਤੋਂ ਬਾਅਦ ਨਿਕਲੇ, ਜਿਉਂ-ਜਿਉਂ ਆਪਾਂ 0 ਤੋਂ 1 ਵੱਲ ਜਾਵਾਂਗੇ ਉਹਦਾ ਜੋ ਫ੍ਰੈਕਸ਼ਨਲ ਪਾਰਟ ਹੈ ਵੱਧਦਾ ਜਾਏਗਾ ਨਾ, ਜਿਵੇਂ ਪਹਿਲਾਂ 1.1 ਸੀਗਾ, ਫਿਰ 1.2 ਹੋਏਗਾ, ਫਿਰ 1.3 ਹੈ, ਫਿਰ 1.4 ਹੈ। ਤੁਸੀਂ ਜਾਂ 0 ਦੀ ਗੱਲ ਕਰ ਲਓ ਕਿ ਪਹਿਲਾਂ ਤੁਸੀਂ 0 ਤੋਂ 1 ਵੱਲ ਜਾਣਾ ਹੈ, ਜਦ ਪਹਿਲਾਂ 0 ਸੀਗਾ, ਫਿਰ 0.1 ਹੋਏਗਾ ਵਿੱਚ, 0.2 ਆਏਗਾ ਵਿੱਚ, 0.3 ਆਏਗਾ ਵਿੱਚ ਐਂਡ ਪਲੱਸ 1। ਸੋ ਇਹਦਾ ਫ੍ਰੈਕਸ਼ਨਲ ਪਾਰਟ ਤੇ 0 ਹੈ, ਇਹਦਾ ਫ੍ਰੈਕਸ਼ਨਲ ਪਾਰਟ 1 ਹੈ, 0.1 ਹੈ, ਇਹਦਾ ਫ੍ਰੈਕਸ਼ਨਲ ਪਾਰਟ 0.2 ਹੈ, ਇਹਦਾ ਫ੍ਰੈਕਸ਼ਨਲ ਪਾਰਟ 0.3 ਹੈ, ਇਦਾਂ ਠੀਕ ਹੈ। 0.9 ਦਾ ਫ੍ਰੈਕਸ਼ਨਲ ਪਾਰਟ ਕਿੰਨਾ ਆਏਗਾ ਜੀ? 0.9, ਫਿਰ ਅੱਗੇ 1 ਆ ਜਾਏਗਾ, 1 ਦਾ ਫ੍ਰੈਕਸ਼ਨਲ ਪਾਰਟ ਫਿਰ 0 ਵਾਪਸ ਆ ਜਾਏਗਾ। ਸੋ ਫ੍ਰੈਕਸ਼ਨਲ ਪਾਰਟ 1 ਵੱਲ ਜਾਂਦੇ ਜਾਂਦੇ ਵੱਧਦਾ ਜਾਏਗਾ, ਠੀਕ ਹੈ। 1 ਦੇ ਉੱਪਰ ਜਾ ਕੇ 0 ਹੋ ਜਾਏਗਾ, ਫਿਰ ਵਾਪਸ ਥੱਲੇ ਆ ਗਿਆ। 1 ਦੇ ਉੱਪਰ ਦੀ ਵੈਲਿਊ ਇੱਥੇ ਨਹੀਂ, ਇੱਥੇ ਵਾਲੀ ਥੱਲੇ ਵਾਲੀ ਗਿਣੀ ਜਾਏਗੀ। ਫਿਰ ਅੱਗੇ ਇਦਾਂ ਹੀ 2 ਤੋਂ 3 ਵੱਲ ਜਾਂਦੇ ਆ, ਫ੍ਰੈਕਸ਼ਨਲ ਪਾਰਟ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ, 2 ਦੇ ਉੱਪਰ ਫਿਰ ਫ੍ਰੈਕਸ਼ਨਲ ਪਾਰਟ 0, 2 ਤੋਂ ਅੱਗੇ ਜਾਂਦੇ ਆ ਫ੍ਰੈਕਸ਼ਨਲ ਪਾਰਟ ਫਿਰ ਵੱਧਦਾ ਗਿਆ, 3 ਦੇ ਉੱਪਰ ਫਿਰ ਫ੍ਰੈਕਸ਼ਨਲ ਪਾਰਟ 0। ਸੋ ਦਿਸ ਇਜ਼ ਦਾ graph of fractional part. सिर्फ ग्राफ है जी अपना, the value 0 ਤੋਂ ਲੈ ਕੇ 1 ਦੇ ਵਿੱਚ which is a bounded function, even periodic function with period 1, it's a periodic function, ठीक है। So let us see the question. Limit x going to a of mod x minus a, ठीक है। सीधा देख रहे हैं वैसे कि जिस वैल्यू पुट कर दियो you will get your answer a 0, ठीक है। अगर उसे ग्राफ तो देखना था, पर ऐसे कि अगर फंक्शन जो है कंटीन्यूअस है, ठीक है, ਉਹਦੀ ਲਿਮਿਟ ਜਿਹੜੀ ਹੈ ਉਹਦੀ ਵੈਲਿਊ ਦੇ ਉੱਪਰ ਹੁੰਦੀ ਹੈ, a ਦੇ ਉੱਪਰ ਦੀ ਵੈਲਿਊ ਕਿੰਨੀ ਫੰਕਸ਼ਨ ਦੀ 0, ਸੋ ਇਟਸ ਲਿਮਿਟ ਇਜ਼ 0, ਠੀਕ ਹੈ ਜੀ। ਮੇਨਲੀ ਆਪਾਂ ਸੈਕਿੰਡ ਦੇ ਉੱਪਰ ਆਉਂਦੇ ਹਾਂ। ਦੇਖੋ ਇਹਦੀ ਲਿਮਿਟ x ਗੋਇੰਗ ਟੂ a ਦੇ ਉੱਪਰ ਕੱਢਣੀ ਆਪਾਂ, ਠੀਕ ਹੈ ਜੀ। ਜਦੋਂ ਆਪਾਂ 3 ਨੂੰ ਲੈਫਟ ਵੱਲੋਂ ਅਪਰੋਚ ਕਰ ਰਹੇ ਹਾਂ, ਉਹਦਾ ਫੰਕਸ਼ਨ ਦੀ ਵੈਲਿਊ ਕਿੰਨੀ ਹੈ? -1 ਹੀ ਹਮੇਸ਼ਾ, ਤਾਂ ਲਿਮਿਟ ਵੀ ਕਿੰਨੀ ਆਏਗੀ ਜੀ? -1। ਜਦੋਂ ਆਪਾਂ ਹੈ ਨਾ, ਜਦੋਂ ਆਪਾਂ ਫੰਕਸ਼ਨ ਨੂੰ ਰਾਈਟ ਵੱਲੋਂ ਅਪਰੋਚ ਕਰ ਰਹੇ ਹਾਂ, ਉਹਦਾ ਫੰਕਸ਼ਨ ਦੀ ਵੈਲਿਊ ਕਿੰਨੀ ਹੈ ਜੀ? 1। ਸੋ ਇਨ ਦੈਟ ਕੇਸ ਲਿਮਿਟ ਕਿੰਨੀ ਆਏਗੀ ਜੀ? ਕਿੰਨੀ ਆਏਗੀ ਜੀ? 1। ਸੋ ਲੈਫਟ ਤੋਂ ਲਿਮਿਟ -1 ਆ ਰਹੀ ਹੈ, ਰਾਈਟ ਤੋਂ ਲਿਮਿਟ ਜਿਹੜੀ ਹੈ ਕਿੰਨੀ ਆ ਰਹੀ ਹੈ ਜੀ? 1 ਆ ਰਹੀ ਹੈ, ठीक है। सो अलग अलग लिमिट्स आ रही ने, सो लिमिट डज नॉट एग्जिस्ट, ठीक है। अगर ए तो इलावा किसी पॉइंट के ऊपर पूछी हुई, मान लो ए पॉइंट बी के ऊपर पूछी है इज ग्रेटर देन ए, ਇਹਦੇ ਉੱਪਰ ਦੇਖੋ ਇਹਦੇ ਲੈਫਟ ਹੈਂਡ ਸਾਈਡ ਤੋਂ ਵੀ ਫੰਕਸ਼ਨ ਦੀ ਵੈਲਿਊ 1 ਰਹਿ ਰਹੀ ਹੈ, ਰਾਈਟ ਹੈਂਡ ਸਾਈਡ ਤੋਂ ਵੀ ਫੰਕਸ਼ਨ ਦੀ ਵੈਲਿਊ 1 ਹੀ ਰਹਿ ਰਹੀ ਹੈ। ਸੋ ਇਹਦੇ ਉੱਪਰ ਵੈਲਿਊ ਲਿਮਿਟ ਐਟ ਸਮਥਿੰਗ d ਜੋ ਕਿ a ਤੋਂ ਵੱਡਾ ਹੈ,
ਉਹਦੇ ਉੱਪਰ x ਮਾਈਨਸ a अपॉन x माइनस a ਦੀ ਲਿਮਿਟ ਕਿੰਨੀ ਹੈ ਜੀ, ਇਹ 1 ਹੀ ਰਹੇਗੀ। ਐਂਡ ਅਗਰ b ਹੈ, ਅਗਰ c ਇੱਥੇ ਪੁਆਇੰਟ ਹੈ ਜੋ ਇਹ ਤੋਂ ਛੋਟਾ ਹੈ, ਉਹਦੇ ਉੱਪਰ ਲਿਮਿਟ ਕਿੰਨੀ ਆਏਗੀ ਜੀ, -1। ਠੀਕ ਹੈ, ਸੋ ਇਸ ਚੀਜ਼ ਨੂੰ ਯਾਦ ਰੱਖ ਲਓ। ਵੈਸੇ ਐਡਾ ਕੁਝ ਹੈ ਵੀ ਨਹੀਂ ਯਾਦ ਰੱਖਣ ਲਾਇਕ, ਤੁਸੀਂ ਸੋਲਵ ਕਰਨਾ ਚਾਹੋ ਪੇਪਰ ਤੁਸੀਂ ਤਾਂ ਵੀ ਕਰ ਸਕਦੇ ਹੋ। ਸੋ ਮੈਂ ਯਾਦ ਕਿਆ ਕਰਨਾ ਚਾਹ ਰਿਹਾ ਕਿ ਮੋਡ x ਮਾਈਨਸ a अपॉन x ਮਾਈਨਸ a, ਇਹਦੀ ਲਿਮਿਟ a ਦੇ ਉੱਪਰ ਐਗਜ਼ਿਸਟ ਨਹੀਂ ਕਰਦੀ, does not exist at x equal to a। ठीक है जी, equal to 1। ठीक है, ਕਿਹੜੇ ਉੱਪਰ ਅਗਰ b ਕਿਸੇ ਪੁਆਇੰਟ ਦੇ ਉੱਪਰ ਕੱਢਣੀ ਹੈ ਜੋ a ਤੋਂ ਵੱਡਾ ਹੈ, ਉਹਦੀ ਲਿਮਿਟ ਕਿੰਨੀ ਹੈ ਜੀ, 1। ਠੀਕ ਹੈ, ਅਗਰ ਤੁਸੀਂ ਕਿਸੇ ਪੁਆਇੰਟ c ਦੇ ਉੱਪਰ ਲਿਮਿਟ ਕੱਢਣੀ ਹੈ ਜੋ a ਤੋਂ ਛੋਟਾ ਹੈ, ਉਹਦੇ ਉੱਪਰ ਲਿਮਿਟ ਕਿੰਨੀ ਹੈ ਜੀ, -1। ਠੀਕ ਹੈ ਜੀ, ਸੋ ਅਗਰ ਇਦਾਂ ਦਾ ਇਹਨੂੰ ਤੁਸੀਂ ਇੰਨੀ ਗੱਲ ਯਾਦ ਰੱਖੋਗੇ ਤਾਂ ਕੁਐਸਚਨ 'ਚ ਤੁਹਾਨੂੰ ਪੈਨ ਚੁੱਕਣ ਦੀ ਲੋੜ ਵੀ ਨਹੀਂ ਪਏਗੀ। ਦੇਖੋ ਕਿਦਾਂ ਤੁਹਾਨੂੰ ਪੇਪਰ 'ਚ ਕੁਐਸਚਨ ਆਇਆ ਲਾਈਕ ਦਿਸ, ਲਿਮਿਟ x going to 3 of x minus 3 by x minus 3। ਇਹ ਕਿੰਨਾ ਇੱਥੇ ਆਪਣਾ 3 ਦੇ ਉੱਪਰ ਲਿਮਿਟ ਪੁੱਛ ਲਈ, does not exist। ਇੱਕ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਏ, ਲਿਮਿਟ x going to 4 of x minus 3 upon x minus 3, ਜੋ 4 ਹੈ ਆਪਣਾ 3 ਤੋਂ ਵੱਡਾ ਹੈ, ਸੋ ਇਸ ਕੇਸ ਲਿਮਿਟ ਕਿੰਨੀ, 1। ਅਗਰ ਤੁਹਾਨੂੰ ਪੁੱਛਿਆ ਜਾਏ ਲਿਮਿਟ x going to 1 of x minus 3 upon x minus 3, 1 जो है 3 ਤੋਂ ਛੋਟਾ ਹੈ, in this case limit is -1। ਠੀਕ ਹੈ ਜੀ, Yes, sir. ਓਕੇ। ਸੋ ਇਹਨੂੰ ਤੁਸੀਂ ਇਦਾਂ ਕਰਨਾ ਕਿ ਪੈਨ ਚੁੱਕਣ ਦੀ ਲੋੜ ਵੀ ਨਾ ਪਏ। ਇਦਾਂ ਦੇ ਕੁਐਸਚਨ ਪੇਪਰ 'ਚ ਆਏ ਹੋਏ ਨੇ, ਇਦਾਂ ਦੇ ਕੁਐਸਚਨ ਆਪਣਾ ਟਾਈਮ ਬਚਾਉਂਦੇ ਨੇ, ਤੁਹਾਨੂੰ ਮੋਡ ਵਗੈਰਾ ਖੋਲਣਾ ਨਾ ਪਏ। ਹਾਲਾਂਕਿ ਮੋਡ ਖੋਲ ਕੇ ਤਾਂ ਸਵਾਲ ਹੋ ਹੀ ਜਾਣਾ, ਤੇ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਮੋਡ ਵਗੈਰਾ ਖੋਲਣਾ ਨਾ ਪਏ। तो यही कोशिश मेरी ਇੱਥੇ ਵੀ ਹੈ ਕਿ ਗ੍ਰੇਟੈਸਟ ਇੰਟੀਜਰ ਵਾਲੇ ਫੰਕਸ਼ਨ ਨੂੰ ਤੁਹਾਨੂੰ ਖੋਲ ਕੇ ਨਾ ਵੇਖਣਾ ਪਏ ਲਿਮਿਟ ਕੱਢਣ ਲਈ। ਦੇਖੋ ਅਗਰ ਤਾਂ ਆਪਾਂ ਕਿਸੇ ਇੰਟੀਜਰ ਦੇ ਉੱਪਰ ਲਿਮਿਟ ਕੱਢਣੀ ਹੈ, ਸਪੋਜ਼ ਤੁਸੀਂ ਤੁਹਾਨੂੰ 2 ਦੇ ਉੱਪਰ ਲਿਮਿਟ ਕੱਢਣ ਨੂੰ ਕਿਹਾ, 2 ਦੀ ਲੈਫਟ ਹੈਂਡ ਸਾਈਡ ਦੇ ਉੱਪਰ, ਜਦ ਆਪਾਂ 2 ਤੋਂ ਲੈਫਟ ਹੈਂਡ ਸਾਈਡ ਤੋਂ ਅਪਰੋਚ ਕਰ ਰਹੇ, ਫੰਕਸ਼ਨ ਦੀ ਵੈਲਿਊ ਕਿੰਨੀ ਆ ਰਹੀ ਸੀ, ਇਹ ਵਾਲੀ ਆ ਰਹੀ ਹੈ, ਐਂਡ ਦਿਸ ਇਜ਼ ਕਿੰਨੀ ਵੈਲਿਊ ਆ, ਇਹ 1 ਹੈ, ਆਈ ਥਿੰਕ ਦਿਸ ਇਜ਼ 1 ਆ ਰਹੀ ਹੈ। ਅਗਰ ਮੈਨੂੰ ਰਾਈਟ ਹੈਂਡ ਸਾਈਡ ਤੋਂ ਅਪਰੋਚ ਕਰੂੰਗਾ 2 ਨੂੰ, ਇਹਦੀ ਵੈਲਿਊ ਆ ਰਹੀ ਹੈ ਫੰਕਸ਼ਨ ਦੀ, ਇਹ ਵਾਲੀ ਇਹ ਫੰਕਸ਼ਨ ਦੀ ਵੈਲਿਊ, ਇਹ ਵੈਲਿਊ ਲੈ ਰਿਹਾ ਫੰਕਸ਼ਨ, ਉਹ ਕਿੰਨੀ ਆਣੀ ਸੀ, 2। ਸੋ ਲੈਫਟ ਹੈਂਡ ਸਾਈਡ ਤੋਂ ਜਿਹੜੀ ਲਿਮਿਟ ਹੈ ਉਹ ਕੁਝ ਹੋਰ ਆ ਰਹੀ ਹੈ, ਰਾਈਟ ਹੈਂਡ ਸਾਈਡ ਤੋਂ ਕੁਝ ਹੋਰ ਆ ਰਹੀ ਹੈ। ਸੋ ਲਿਮਿਟ x ਐਂਡ ਇੰਟੀਜਰ ਦੇ ਉੱਪਰ ਗੱਲ ਕਰ ਰਿਹਾ, ਠੀਕ ਹੈ, ਕੋਈ ਇੰਟੀਜਰ ਹੈ, ਅਗਰ ਮੈਂ ਨੈਗੇਟਿਵ ਸਾਈਡ ਤੋਂ ਅਪਰੋਚ ਕਰਦਾ ਹੈ ਨਾ, ਉਹਦੀ ਲਿਮਿਟ ਕਿੰਨੀ ਆਈ, 2 ਸੀਗਾ ਤੇ -1 ਆਈ ਨਾ, ਘਟ ਕੇ ਆਈ ਹੈ, ਕਿੰਨੀ ਆਈ, 1 ਆ ਰਹੀ ਹੈ ਜੀ, ਸੌਰੀ n-1 ਆ ਰਹੀ ਹੈ, 2 ਸੀਗਾ ਤੇ ਘਟ ਕੇ ਆਈ n-1। दिस इज n-1, ठीक है। और राइट हैंड साइड तो लिमिट कट रहे हैं, अगर मैं इंटीजर ਦੇ ਉੱਪਰ ਬੇਟਾ ਸਿਰਫ ਇੰਟੀਜਰ ਤੇ ਗੱਲ ਹੋ ਰਹੀ ਹੈ, ਕਿਸੇ ਹੋਰ ਪੁਆਇੰਟ ਤੇ ਨਹੀਂ, ਇਹ n ਆ ਜਾਏਗੀ, ਠੀਕ ਹੈ, ਅਲੱਗ-ਅਲੱਗ ਨੇ, ਸੇਮ ਨਹੀਂ ਹੈਗਾ। ਸੋ ਲਿਮਿਟ ਇੰਟੀਜਰ ਦੇ ਉੱਪਰ ਐਗਜ਼ਿਸਟ ਨਹੀਂ ਕਰਦੀ, ਜਿੰਟੈਕਸ ਦੀ ਡਸ ਨਾਟ ਐਗਜ਼ਿਸਟ। ਅਗਰ ਆਪਾਂ ਇੰਟੀਜਰ ਨਹੀਂ ਕਿਸੇ ਹੋਰ ਪੁਆਇੰਟ ਤੇ ਕਰਨੀ, ਲਾਈਕ ਕਿਸੇ ਫ੍ਰੈਕਸ਼ਨਲ ਪੁਆਇੰਟ ਦੇ ਉੱਪਰ, ਹੁਣ ਦੇਖੋ ਇਧਰੋਂ ਇਹਦੀ ਨੇਬਰਹੁੱਡ ਦੇ ਵਿੱਚ ਦੇਖਾਂਗੇ ਆਪਾਂ, ਠੀਕ ਹੈ, तो ਇਹ ਆ ਰਹੀ ਵੈਲਿਊ ਫੰਕਸ਼ਨ ਦੀ, ਸੋ ਇਹ ਲੈਫਟ ਹੈਂਡ ਸਾਈਡ ਦੇ ਉੱਪਰ ਫੰਕਸ਼ਨ ਵੈਲਿਊ ਇਹ ਵਾਲੀਆਂ ਵੈਲਿਊਜ਼ ਲੈ ਰਿਹਾ, ਸੋ ਦਿਸ ਇਜ਼ व्हाट, ਹਾਂਜੀ ਦਿਸ ਇਜ਼ 3, ਠੀਕ ਹੈ। ਐਂਡ ਰਾਈਟ ਹੈਂਡ ਸਾਈਡ ਤੋਂ ਵੀ ਫੰਕਸ਼ਨ ਜੋ ਹੈ, ਰਾਈਟ ਹੈਂਡ ਸਾਈਡ ਇਧਰੋਂ ਵੇਖਾਂਗੇ, ਉੱਥੇ ਵੀ ਫੰਕਸ਼ਨ ਇਹੀ ਵੈਲਿਊ ਲੈ ਰਿਹਾ, 3 ਹੀ ਵੈਲਿਊ ਲੈ ਰਿਹਾ। ਸੋ ਅਗਰ ਇੰਟੀਜਰ ਨਹੀਂ ਹੈ, ਠੀਕ ਹੈ, x a is not integer, ठीक है। in that case लिमिट कितनी ਹੁੰਦੀ ਹੈ ਜੀ ਆਪਣੇ ਕੋਲ, ਹਾਂਜੀ ਇਹ ਪੁਆਇੰਟ ਸੀਗਾ ਆਪਣੇ ਕੋਲ, this limit is equal to gint of a, ਜਿਹੜੇ ਵੀ ਪੁਆਇੰਟ ਆਪਾਂ ਕੱਢਣੀ ਹੈ ਉਹਦਾ ਗ੍ਰੇਟੈਸਟ ਇੰਟੀਜਰ ਪਾਰਟ ਕੱਢ ਦਿਓ, ਠੀਕ ਹੈ ਜੀ। ਆਪਾਂ ਕੁਐਸਚਨ ਦੇਖਦੇ ਹਾਂ ਕਿੱਦਾਂ ਦੇ ਆਉਂਦੇ ਨੇ। ਸੋ ਲਿਮਿਟ ਪੁੱਛੀ ਆ ਜੀ ਆਪਣੇ ਕੋਲ x going to 100 of gint x ਦੀ, ਇੰਟੀਜਰ ਦੇ ਉੱਪਰ ਐਗਜ਼ਿਸਟ ਨਹੀਂ ਕਰਦੀ, does not exist। ਅਗਰ ਤੁਹਾਨੂੰ ਪੁੱਛ ਲੈ
कहती मैंने सिर्फ लेफ्ट हैंड साइड लिमिट दे दियो 152 ਦੇ ਉੱਪਰ ਹਾਂਜੀ this will be 151 लेफ्ट हैंड साइड से घट ਜਾਂਦਾ है और राइट हैंड साइड से सेम आंसर अपने को आ जाता है सो 152 ਦੇ ਉੱਪਰ अगर राइट हैंड साइड ਆਪਾਂ लिमिट ਕੱਢਣੀ ਹੋਏ this will be 152 सेम और अगर अपने को पूछ ले लिमिट x गोइंग टू 3.5 ऑफ जिंट x एक कुछ नहीं करना ਆਪਾਂ जिन्ना पॉइंट है ਉਹਦਾ जिंट ਕੱਟ ਦਿਓ this will be greatest integer part of 3.5 and this is 3 ठीक है जी नेक्स्ट फ्रैक्शनल पार्ट दे रिलेटेड लिमिट्स ठीक इंटीजर दे ऊपर देखो इंटीजर दे ऊपर ए पॉइंट इंटीजर है ठीक है देखो अगर मैं इधरों अप्रोच कर रहा हैं इधर अप्रोच कर रहा हैं फंक्शन की वैल्यू इधरों जा रही है ਇਹਦੇ ਵੱਲ एंड दिस पॉइंट इज कर किया जी अपने को 1 रुको मान लो 1 ਦੇ ਉੱਪਰ ਲਿਮਿਟ ਕੱਢਣੀ ਆਪਾਂ ਇੰਟੀਜਰ ਦੇ ਉੱਪਰ ਕਿਸੇ ਉੱਪਰ ਠੀਕ ਹੁਣ ਮੈਂ ਅਗਰ ਇਸ ਪੁਆਇੰਟ ਦੇ ਉੱਪਰ ਦੇਖਾਂ ਦੀ ਵੈਲਿਊ 1 ਤੋਂ ਲੈਫਟ ਸਾਈਡ ਤੋਂ ਇਹਦੀ ਵੈਲਿਊ ਇੱਥੇ ਕਰ ਰਹੀ ਹੈ ਕੁਝ ਜਿਉਂ ਜਿਉਂ 1 ਦੇ ਮੈਂ ਨਜ਼ਦੀਕ ਜਾ ਰਿਹਾ ਇਧਰੋਂ ਉਧਰੋਂ ਵੈਲਿਊ ਜਿਹੜੀ 1 ਦੇ ਕਰੀਬ ਜਾਈ ਜਾ ਰਹੀ ਹੈ ਸੋ ਲੈਫਟ ਹੈਂਡ ਸਾਈਡ ਤੋਂ ਲਿਮਿਟ ਕਿੰਨੀ ਆ ਰਹੀ ਹੈ ਦੀ 1 ਇੰਟੀਜਰ ਕਿਸੇ ਇੰਟੀਜਰ ਦੀ ਉੱਪਰ ਆਪਾਂ ਲੈਫਟ ਹੈਂਡ ਸਾਈਡ ਤੋਂ ਲਿਮਿਟ ਕੱਢਾਂਗੇ ਫ੍ਰੈਕਸ਼ਨਲ ਪਾਰਟ ਦੀ ਤੇ ਉਹ ਕਿੰਨੀ ਹੁੰਦੀ ਹੈ ਜੀ 1 अगर मैं राइट हैंड साइड तो कटा अगर मैं इत्थे सीगा तो फंक्शन की वैल्यू ये आ रही है और नजदीक गया फंक्शन की वैल्यू 0 के करीब जान लग गई सो इंटीजर के ऊपर जो राइट हैंड साइड लिमिट है फ्रैक्शनल पार्ट की वो कितनी होंगी है जी 0 सो ठीक है फ्रैक्शनल पार्ट की जो लिमिट है वो भी जो अपने इंटीजर के ऊपर एग्जिस्ट नहीं करती इंटीजर ਦੇ ਉੱਪਰ ਲਿਮਿਟ ਐਗਜ਼ਿਸਟ ਨਹੀਂ ਕਰਦੀ ਠੀਕ ਹੈ ਐਂਡ ਸੇਮ ਜਿਵੇਂ ਆਪਾਂ ਜਿੰਟ ਵਿੱਚ ਕੀਤਾ ਅਗਰ ਨਾਨ ਇੰਟੀਜਰ ਦੇ ਉੱਪਰ ਕੱਢਣੀ ਆਪਾਂ ਕਿਸੇ a ਪੁਆਇੰਟ ਦੇ ਉੱਪਰ ਕੱਢਣੀ ਹੈ ਠੀਕ ਜੋ ਇੰਟੀਜਰ ਨਹੀਂ ਹੈ so a is not integer ਠੀਕ ਹੈ in that case ਉਹਦੀ ਲਿਮਿਟ ਕੀ ਹੈ ਜੀ ਈਜ਼ੀ ਕੰਮ ਹੈ ਕਿ ਉਸ a ਦਾ ਹੀ ਫ੍ਰੈਕਸ਼ਨਲ ਪਾਰਟ ਕੱਢ ਦਿਓ ਉਹਦੇ ਰਿਲੇਟਡ ਕੁਐਸਚਨ ਦੇਖਦੇ ਹਾਂ देखो कि लिमिट x going to 123 of fractional part of x and this does not exist मैं तो पूछे लिमिट x going to 500 from negative side तो लिमिट कितनी होती हमेशा इत्थे 1 एंड राइट हैंड साइड लिमिट इतने कितनी होती हमेशा 0 ठीक है लेकिन अगर किसी नॉन इंटीग्रल पॉइंट के ऊपर पूछी है वैल्यू मान लो लाइक दिस इज 2.3 या 3.3/2 कर लो 3/2 ਇਹਦੇ ਉੱਪਰ ਪੁੱਛੀ ਹੈ ਲਿਮਿਟ this will be equal to fractional part of 3/2 and 3/2 is what this is 1.5 so its limit is 0.5 fractional part of 1.5 is 0.5 easy हाँ जी समझ आई दीदी I think this is enough for today बाकी लिए ਆਪਾਂ ਮਿਲਦੇ ਹਾਂ ਜੀ ਕੱਲ ਜੇ ਕੋਈ डाउट्स है तो प्लीज पूछो जी सर log a बेस वाला दोबारा करवा दो log a बेस वाला ਕਿਹੜਾ ਸੀਗਾ ਦੇਖਣਾ ਪਏਗਾ ਕਿਹੜਾ ਸੀਗਾ ਸਟਾਰਟਿੰਗ ਤੇ ਸੀ ਰੱਬ ਕਰ ਦਿੱਤਾ ਹੁਣ ਤਾਂ ਮੈਂ ਤੁਸੀਂ ਇਹਦੀ ਗੱਲ ਕਰ ਰਹੇ ਹੋ ਸ਼ਾਇਦ स्टार्टिंग ਤੇ ਸੀ बेस वाला log वाले और लिमिट ਸੀ ਇੱਕ ਮਿੰਟ ਲਿਖ ਰਿਹਾ ਜੀ ਲਿਖ ਲਿਆ ਇਹ ਤਾਂ ਨਹੀਂ ਸੀਗਾ ਇਹਦੀ ਗੱਲ ਕਰ ਰਹੇ ਨਾ हाँ जी सर ये ਸੀ ਇਹਦੀ ਲਿਮਿਟ ਦੇਖੋ x ਨੂੰ 0 ਪੁੱਟ ਕਰੋ ਉੱਪਰ ਇਜ਼ log 1 this is what हाँ जी log 1 0 नीचे भी 0 0/0 फॉर्म बन जाएगी हाँ जी डेरिवेटिव करेंगे कितना आएगा जी दा डेरिवेटिव होएगा 1/√0
1 प्लस एक्स इंटू 1 बाय लॉग ए नाल, ठीक है, नीचे तो 1 आ जाएगा, हाँ जी लिमिट 0 पुट करो हम, यू विल गेट 1 बाय लॉग ए, ठीक है। ਤੁਸੀਂ 1 ਨੂੰ ਲਿਖ ਸਕਦੇ ਹੋ ਨੈਚੁਰਲ log e ਜਾਂ log a, ठीक है, ਤੁਸੀਂ ਲਿਖ ਦਿਓ log a ਲਿਖ ਲਓ। ये log ए बेस वाला लिखना जरूरी है सर? ਬਿਲਕੁਲ ਬਿਲकुल log ਨੂੰ ਜੋ ਤੁਸੀਂ ਤੁਹਾਡੇ ਕੋਲ ਆਉਂਦਾ ਨਾ ਰਿਜ਼ਲਟ ਦਾ d by dx of log x is equal to 1 by x ਜਿਹੜਾ ਹੁੰਦਾ ਤੁਹਾਡੇ ਕੋਲ, that is for natural log, ਠੀਕ ਹੈ। ਅਗਰ ਇੱਥੇ d by dx of log base 10x ਹੈ, this is not equal to 1 by x, no, ठीक है। ਤੁਹਾਨੂੰ ਪਹਿਲਾਂ ਨੂੰ ਕਨਵਰਟ ਕਰਨਾ ਪਏਗਾ ਨੈਚੁਰਲ ਲੌਗਸ ਨੂੰ, ਲਿਖਣਾ ਪਏਗਾ log natural log based, you should write into ithin, you should write natural log x by natural log 10 d by dx, तो 1 by log 10 के बाद चल जाएगा, कांस्टेंट है, ठीक है। फिर द डेरिवेटिव 1 by x आएगा, सो द डेरिवेटिव कितना है जी 1 by x log 10, ठीक है। ध्यान रहेगा log to the base 10x का डेरिवेटिव कितना है जी 1 by